ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਜੀਵਨ ਜਾਂਚ। ਤਾਂ ਸੰਤ ਮਸਕੀਨ ਜੀ ਨੇ ਜੀਵਨ ਜਾਂਚ ਦੇ ਢੰਗ ਨੂੰ ਜਿਉਣ ਬਾਰੇ ਜੋ ਦੱਸਿਆ ਹੈ, ਜਗਤ ਸਾਰਾ ਕਾਲ ਸਮੇਂ ਦੇ ਅਧੀਨ ਹੈ, ਭਾਵ ਜਨਮ ਮਰਨ ਦੇ ਗੇੜ ਵਿੱਚ ਹੈ ਜਗਤ ਸਾਰਾ। ਹਰ ਕੰਮ ਨੂੰ ਕਰਨ ਦਾ ਤੇ ਕੰਮ ਦੇ ਮੁਕੰਮਲ ਹੋਣ ਦਾ ਬਕਾਇਦਾ ਵਕਤ ਹੈ। ਖਾਣ ਪੀਣ ਤੇ ਬੱਚਾ ਪੈਦਾ ਕਰਨ ਦਾ ਅਵਸਰ ਤਾਂ ਜੀਵ ਨੂੰ ਕਈ ਦਫਾ ਮਿਲ ਚੁੱਕਾ ਹੈ। ਤਾਂ ਗੁਰਬਾਣੀ ਵਿੱਚੋਂ ਦੱਸਦੇ ਹਨ, ਜੋ ਅਸੀਂ ਕੰਮ ਧੰਦੇ ਕਰ ਰਹੇ ਹਨ ਉਸ ਦਾ ਅਵਸਰ ਹਰ ਇੱਕ ਕੋਲ ਹੈ। ਤਾਂ ਇਸ ਦਾ ਜੋ ਅਸਲ ਜੋ ਸਫ਼ਰ ਹੈ ਜੀਵਨ ਜਾਂਚ ਜਿਉਣ ਦਾ, ਉਹ ਕੀ ਹੈ? ਗੁਰਬਾਣੀ ਵਿੱਚੋਂ ਸੰਤ ਮਸਕੀਨ ਜੀ ਨੇ ਪੰਕਤੀ ਲਈ ਹੈ, ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਜੀਵਨ ਨੂੰ ਸਫਲ ਕਰਨ ਦਾ ਅਵਸਰ ਤਾਂ ਸਿਰਫ ਮਨੁੱਖਾ ਤਨ ਹੈ। ਇਸ ਵਾਸਤੇ ਸਤਿਗੁਰ ਦੀ ਬਾਣੀ ਮਨੁੱਖੀ ਤਨ ਨੂੰ ਇਹ ਮਹਾਨ ਅਵਸਰ ਆਖਦੀ ਹੈ। ਜਿਵੇਂ ਗੁਰਬਾਣੀ ਦਾ ਸ਼ਬਦ ਹੈ, ਇਹੀ ਤੇਰਾ ਅਵਸਰ ਇਹੀ ਤੇਰੀ ਬਾਰ, ਘਟ ਪਿੱਤਰ ਤੂੰ ਦੇਖ ਵਿਚਾਰ। ਭਾਵ ਕਿਰਤ ਦੀ ਪ੍ਰਾਪਤੀ ਦਾ ਜੀਵ ਪਸ਼ੂ ਜੂਨਾਂ ਵਿੱਚ ਵੀ ਕਰਦਾ ਰਿਹਾ ਹੈ। ਜੋ ਅਸੀਂ ਕਿਰਤ ਕਰ ਰਹੇ ਹਾਂ ਉਹ ਤਾਂ ਪਸ਼ੂ ਜੂਨਾਂ ਵਿੱਚ ਵੀ ਅਸੀਂ ਕਰਦੇ ਰਹੇ ਹਾਂ, ਪਰ ਹੁਣ ਇਸ ਨੂੰ ਕਰਤੇ ਦੀ ਪ੍ਰਾਪਤੀ ਦਾ ਅਵਸਰ ਮਿਲਿਆ ਹੈ। ਕਰਤਾ ਕੌਣ ਹੈ? ਉਹ ਪਰਮਾਤਮਾ। ਉਸ ਪਰਮਾਤਮਾ ਦੀ ਪ੍ਰਾਪਤੀ ਦਾ ਜੋ ਅਵਸਰ ਹੈ ਉਹ ਸਾਨੂੰ ਇਸ ਮਾਨੁਖ ਜੀਵਨ ਜਾਂਚ ਵਿੱਚ ਮਿਲਣਾ ਹੈ। ਤਾਂ ਮਨੁੱਖੀ ਤਨ ਕੀ ਇੱਕ ਪੌੜੀ ਹੈ ਉਸ ਕਰਤੇ ਦੀ ਪ੍ਰਾਪਤੀ ਦੇ ਲਈ। ਸੱਚ ਖੰਡ ਤੱਕ ਅਪੜਨ ਦਾ ਇੱਕ ਸਾਧਨ ਹੈ। ਤਾਂ ਇਸ ਪੌੜੀ ਤੋਂ ਜਿਹੜੇ ਵਾਂਝੇ ਰਹਿ ਗਏ, ਤਾਂ ਗੁਰਬਾਣੀ ਵਿੱਚ ਇੱਕ ਸ਼ਬਦ ਲਿਆ ਹੈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਭਾਵ ਪਿਛਲੀਆਂ ਪਸ਼ੂ ਜੂਨਾਂ ਦੀਆਂ ਪੌੜੀਆਂ ਚੜ੍ਹਦੇ ਅਸੀਂ ਹੁਣ ਮਨੁੱਖੀ ਤਨ ਦੇ ਜਾਮੇ 'ਤੇ ਖੜ੍ਹੇ ਹਾਂ, ਪਰ ਅਕਸਰ ਮਨੁੱਖ ਇਸ ਪੌੜੀ ਤੋਂ ਥਿੜਕ ਜਾਂਦਾ ਹੈ। ਕਿਹੜੀ ਪੌੜੀ ਤੋਂ? ਜਿਹੜੀ ਪੌੜੀ ਸਾਨੂੰ ਬਹੁਤ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਮਿਲੀ ਹੈ। ਇਹ ਪੌੜੀ ਕੀ ਹੈ? ਇੱਕ ਮਨੁੱਖ ਦੀ ਪੌੜੀ ਹੈ। ਜੋ ਅਸੀਂ ਮਨੁੱਖੀ ਜੀਵਨ ਜੀ ਰਹੇ ਹਾਂ, ਇਹ ਪੌੜੀ ਹੈ। ਅਤੇ ਇਸ ਪੌੜੀ ਤੋਂ ਵੀ ਅਸੀਂ ਥਿੜਕ ਜਾਂਦੇ ਹਾਂ ਅਤੇ ਫਿਰ ਅਸੀਂ ਸੰਭਲਦੇ ਨਹੀਂ। ਜਿਵੇਂ ਗੁਰਬਾਣੀ ਸ਼ਬਦ ਹੈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਫਿਰ ਉਹ ਆਉਣ ਜਾਣ ਦੇ ਗੇੜ ਵਿੱਚ ਪੈ ਜਾਂਦਾ ਹੈ ਅਤੇ ਦੁੱਖ ਪਾਉਂਦਾ ਰਹਿੰਦਾ ਹੈ। ਤਾਂ ਅੱਗੇ ਸੰਤ ਮਸਕੀਨ ਜੀ ਨੇ ਦੱਸਿਆ ਵੀ ਜੀਵਨ ਇੱਕ ਰਸਤਾ ਹੈ ਅਤੇ ਜੀਵ ਪਾਂਦੀ ਹੈ। ਇਸ ਦੇ ਪੜਾਅ ਕਿਹੜੇ ਹਨ? ਬਚਪਨ, ਜਵਾਨੀ ਅਤੇ ਬੁਢੇਪਾ, 3 ਪੜਾਅ ਹਨ। ਰਸਤੇ ਦੇ ਪੜਾਅ ਪਦਾਰਥਾਂ ਅਤੇ ਭਾਈ ਸੰਬੰਧੀਆਂ ਦੀ ਭੀੜ ਨਾਲ ਭਰੇ ਹਨ। ਪੜਾਵਾਂ ਦੀ ਰੌਣਕ ਵੇਖ ਜੀਵ ਦੀ ਸੁਰਤ ਜੀਵਨ ਦੇ ਰਾਹ ਤੋਂ ਕਰਾਹੇ ਪੈ ਜਾਂਦੀ ਹੈ। ਤਾਂ ਕਬੀਰ ਜੀ ਆਖਦੇ ਹਨ, ਕਬੀਰ ਜਹ ਮਾਰਗ ਪੰਡਤ ਗਏ, ਪਾਛੇ ਪਰੀ ਬਹੀਰ, ਇੱਕ ਅਵਗਟ ਘਾਟੀ ਰਾਮ ਕੀ, ਤੈ ਚੜ ਰਹਿਓ ਕਬੀਰ। ਭਾਵ ਜੀਵਨ ਦੇ ਰਾਹ ਵਿੱਚ ਕੁਝ ਵਿਕਾਰਾਂ ਦੀਆਂ ਵਿਖੜੀਆਂ ਘਾਟੀਆਂ ਵੀ ਹਨ। ਕਿਹੜੀਆਂ ਵਿਖੜੀਆਂ ਘਾਟੀਆਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਵਿਖੜੀਆਂ ਘਾਟੀਆਂ ਨੂੰ ਅਸੀਂ ਬੂਰ ਨਹੀਂ ਪੈਣ ਦੇਣਾ, ਪਰ ਸਿੱਖਿਆ ਸਿਆਣਪ ਇਹਨਾਂ ਘਾਟੀਆਂ ਨੂੰ ਅਬੂਰ ਕਰਨ ਤੋਂ ਰੋਕਦੀ ਹੈ। ਤੇ ਕੋਈ ਵਿਰਲਾ ਹੈ ਜੋ ਇਹਨਾਂ ਘਾਟੀਆਂ ਨੂੰ ਅਬੂਰ ਕਰਕੇ ਭਾਵ ਬੂਰ ਨਹੀਂ ਪੈਣ ਦਿੰਦਾ, ਇਹਨਾਂ ਨੂੰ ਵਾਂਝੇ ਕਰਕੇ ਪਰਮ ਧਾਮ 'ਤੇ ਪੁੱਜਦਾ ਹੈ, ਉਸ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਤਾਂ ਜਿਤਨੇ ਰਸਤੇ ਆਦਮੀ ਮਾਣਦਾ ਉਹ ਇੰਦਰੀਆਂ ਦੇ ਰਾਹੀਂ ਸਭ ਬਾਹਰੋਂ ਆਉਂਦੇ ਹਨ।
ਕੋਈ ਇੰਦਰਾ ਜੀਵਨ ਦੇ ਅੰਦਰ ਪਏ ਪਦਾਰਥਾਂ ਨੂੰ ਵੇਖ ਕੇ, ਚੱਖ ਕੇ ਜਾਂ ਸੁੰਘ ਕੇ ਆਨੰਦ ਨਹੀਂ ਲੈ ਸਕਦਾ। ਮਹਾਨ ਪਦਾਰਥਾਂ ਦੇ ਰਸ ਤੋਂ ਵਾਂਝਾ ਹੀ ਰਹਿ ਜਾਂਦਾ। ਇਸ ਤਰ੍ਹਾਂ ਮਨੁੱਖ ਹੈ ਜਿਹੜੇ ਮਹਾਨ ਪਦਾਰਥ ਆ ਜਿਹੜੇ ਉਹਨਾਂ ਤੋਂ ਵਾਂਝਾ ਰਹਿ ਜਾਂਦਾ। ਉਹ ਮਹਾਨ ਪਦਾਰਥ ਰਸ ਕਿਹੜੇ ਹਨ? ਨੌ ਨਿਧ ਗੁਰਬਾਣੀ 'ਚ ਸ਼ਬਦ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਇਹ ਨੌ ਨਿਧ ਨਾਮ ਜੀਵਨ ਦੇ ਥਾਲ ਵਿੱਚ ਪਿਆ ਹੈ, ਪਰ ਇਸ ਪਰੋਸੇ ਹੋਏ ਥਾਲ ਨੂੰ ਮਿੱਟੀ ਵਿੱਚ ਬਖੇਰ ਕੇ ਮਨੁੱਖ ਆਪਣਾ ਅੰਤ ਕਰ ਲੈਂਦਾ ਹੈ। ਜਿਵੇਂ ਗੁਰਬਾਣੀ 'ਚ ਇੱਕ ਸ਼ਬਦ ਹੈ, ਇਸ ਪਰੋਸੇ ਹੋਏ ਥਾਲ ਨੂੰ, ਨਾਮ ਦੇ ਥਾਲ ਨੂੰ ਅਸੀਂ ਮਿੱਟੀ 'ਚ ਬਖੇਰ ਲੈਂਦੇ ਹਾਂ। ਜੋ ਗੁਰਬਾਣੀ 'ਚ ਇੱਕ ਸ਼ਬਦ ਹੈ, ਜਨਮ ਪਦਾਰਥ ਖੋਏ ਕਾ ਵਾਰਾ। ਇਹ ਜਿਹੜਾ ਜਨਮ ਪਦਾਰਥ ਹੈ ਜੋ ਅਸੀਂ ਖੋ ਲੈਂਦੇ ਹਾਂ, ਗਵਾਰਾ ਹੀ ਖੋ ਲੈਂਦੇ ਹਾਂ। ਅੱਗੇ ਸੰਤ ਮਸਕੀਨ ਜੀ ਦੱਸਦੇ ਹਨ ਕਿ ਜੀਵਨ ਇੱਕ ਸੁਪਨੇ ਸਮਾਨ ਹੈ। ਇਹ ਕੋਈ ਬਹੁਤਾ ਵੱਡਾ ਨਹੀਂ ਗਾ। ਜੇ ਆਪਾਂ ਕਹੀਏ ਬਹੁਤ ਵੱਡਾ ਹੈ ਤਾਂ ਨਹੀਂ ਹੈ। ਜਿਵੇਂ ਗੁਰਬਾਣੀ 'ਚੋਂ ਸ਼ਬਦ ਹੈ, ਜਗ ਜੀਵਨ ਐਸਾ ਸੁਪਨੇ ਜੈਸਾ। ਜੀਵਨ ਸੁਪਨ ਸਮਾਨ। ਭਾਵ ਜੀਵਨ ਹੈ ਤਾਂ ਸਹੀ, ਪਰ ਸੁਪਨੇ ਸਮਾਨ ਹੈ। ਸੁਪਨਾ ਬਹੁਤਾ ਲੰਬਾ ਨਹੀਂ ਚੱਲਦਾ ਅਤੇ ਸੁਪਨੇ ਵਿੱਚ ਵਾਸਤਿਕਤਾ ਨਹੀਂ ਹੁੰਦੀ, ਸੱਚ ਨਹੀਂ ਹੁੰਦਾ ਸੁਪਨੇ 'ਚ। ਅਤੇ ਜਿਸ ਵਿੱਚ ਵਾਸਤਿਕਤਾ ਨਾ ਹੋਵੇ ਅਤੇ ਫਿਰ ਉਹ ਸਿਰਫ ਇੱਕ ਖੇਲ ਹੁੰਦਾ ਹੈ। ਅਤੇ ਮਨੁੱਖ ਖੇਲ ਵੀ ਇਸ ਤਰ੍ਹਾਂ ਦੇ ਖੇਡਦਾ ਹੈ ਜਿਸ ਵਿੱਚ ਕੋਈ ਰਾਜਾ ਬਣਦਾ ਹੈ, ਕੋਈ ਮੁਲਜ਼ਮ ਬਣਦਾ ਹੈ, ਕੋਈ ਦੁਖੀ ਅਤੇ ਕੋਈ ਸੁਖੀ। ਇਸ ਖੇਲ ਦੀ ਸਮਝ ਪੈਂਦਿਆਂ ਹੀ ਜੀਵ ਹਕੀਕਤ ਦੀ ਖੋਜ ਕਰਦਾ ਹੈ। ਭਾਵ ਜਿਸ ਨੂੰ ਇਸ ਸੁਪਨੇ ਦੀ ਸਮਝ ਆ ਗਈ ਵੀ ਇਹ ਲੜਾਈ ਝਗੜੇ ਦੁੱਖ ਸੁੱਖ ਤੋਂ ਉੱਤੇ ਉੱਠ ਕੇ ਅਸੀਂ ਕੁਝ ਕਰਨਾ ਹੈ, ਤਾਂ ਉਹ ਜੀਵ ਹਕੀਕਤ ਦੀ ਖੋਜ ਕਰਦਾ ਹੈ। ਜੋ ਸੁਪਨਾ ਨਹੀਂ ਸੱਚ ਹੈ, ਪਰ ਇਹ ਜੀਵਨ ਤਾਂ ਸੁਪਨੇ ਤੋਂ ਕੋਈ ਵੱਡੀ ਵਸਤੂ ਨਹੀਂ ਹੈ। ਜਿਵੇਂ ਕਿ ਗੁਰਬਾਣੀ 'ਚ ਸ਼ਬਦ ਲਿਆ ਗਿਆ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਤਾਂ ਅੱਗੇ ਸੰਤ ਮਸਕੀਨ ਜੀ ਨੇ ਦੱਸਿਆ ਵੀ ਇਸ ਤੋਂ ਅੱਗੇ ਜਿਹੜਾ ਮਨੁੱਖ ਚਲਾ ਜਾਂਦਾ ਹੈ, ਇਸ ਦੀ ਖੋਜ ਕਰਦਾ ਹੈ, ਤਾਂ ਫਿਰ ਉਹ ਦੱਸਦੇ ਹਨ ਵੀ ਜੀਵਨ ਇੱਕ ਤੰਤੀ ਸਾਜ਼ ਹੈ। ਸਵਾਸ ਤੇ ਇੰਦਰੀ ਇਸ ਸਾਜ਼ ਦੀਆਂ ਤਾਰਾਂ ਹਨ, ਪਰ ਤੰਤੀ ਸਾਜ਼ ਵਿੱਚੋਂ ਸੰਗੀਤ ਕੱਢਣਾ ਹਰ ਇੱਕ ਦਾ ਕੰਮ ਨਹੀਂ ਹੈ। ਤਾਰਾਂ ਤੋੜਨੀਆਂ ਆਸਾਨ ਕਰਨਾ, ਪਰ ਤਾਰਾਂ ਵਿੱਚੋਂ ਰੱਬੀ ਸੰਗੀਤ ਕੱਢਣਾ ਔਖਾ ਹੈ। ਤਾਰਾਂ ਤੋੜ ਤਾਂ ਹਰ ਇੱਕ ਲੈਂਦਾ ਹੈ ਉਸ ਤੰਤੀ ਸਾਜ਼ ਦੀਆਂ, ਪਰ ਉਸ ਤਾਰਾਂ ਨੂੰ ਵਿੱਚੋਂ ਸੰਗੀਤ ਕੱਢਣਾ ਬਹੁਤ ਔਖਾ ਹੈ। ਪਰ ਜੋ ਕੱਢ ਲੈਂਦਾ ਹੈ ਤਾਂ ਜੀਵਨ ਵਿੱਚ ਕੋਈ ਜਿਹੜਾ ਵਿਅਕਤੀ ਉਸ ਵਿੱਚੋਂ ਸੰਗੀਤ ਨੂੰ ਕੱਢ ਲੈਂਦਾ ਹੈ, ਤਾਂ ਕਬੀਰ ਜੀ ਆਖਦੇ ਹਨ, कबीर जो हम जंत बजावते टूट गई सब तार, जंत बेचारा क्या करे चले बजावन हार। ਭਾਵ ਜੇ ਤਾਰਾਂ ਦੀ ਸੰਗੀਤ ਦੀਆਂ ਤਾਰਾਂ ਹੀ ਟੁੱਟ ਗਈਆਂ ਹਨ ਤਾਂ ਫਿਰ ਸੰਗੀਤ ਕਿਵੇਂ ਵੱਜੇਗਾ? ਸੰਗੀਤ ਨਹੀਂ ਪੈਦਾ ਹੋਵੇਗਾ। ਪਰ ਜਿਹੜਾ ਮਨੁੱਖ ਇਸ ਸੰਗੀਤ ਦੀਆਂ ਤਾਰਾਂ ਨੂੰ ਵਿੱਚੋਂ ਸੁਰ ਕੱਢ ਲੈਂਦਾ ਹੈ, ਉਸ ਸੰਗੀਤਕਾਰ ਨੂੰ ਕਹਿੰਦੇ ਹਨ ਭਗਤ ਗੁਰਸਿੱਖ। ਤੇ ਉਸ ਮਨੁੱਖ ਦੀ ਜੀਵਨ ਦੀ ਹਰ ਹਰਕਤ ਵਿੱਚ ਕੀ ਹੈ, ਸੁਰ ਪੈਦਾ ਹੋ ਜਾਂਦੇ ਹਨ ਅਤੇ ਉਸਨੂੰ ਜੀਵਨ ਜਾਚ ਦਾ ਢੰਗ ਆ ਜਾਂਦਾ ਹੈ ਅਤੇ ਉਹ ਢੰਗ ਉਸ ਨੂੰ ਪਰਮਾਤਮਾ
ਨਾਲ ਮਿਲਾਪ ਕਰਾਉਂਦਾ ਹੈ। ਤਾਂ ਇਸ ਤਰ੍ਹਾਂ ਸੰਤ ਮਸਕੀਨ ਜੀ ਨੇ ਜੀਵਨ ਜਾਚ ਜਿਉਣ ਦਾ ਢੰਗ ਦੱਸਿਆ ਹੈ, ਜੋ ਸਾਨੂੰ ਆਪਣੇ ਕੰਮਾਂ ਧੰਦਾਂ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਕੇ ਕਰਤੇ ਤੱਕ ਪਹੁੰਚਣਾ ਹੈ। ਕਿਰਤੀ ਤਾਂ ਅਸੀਂ ਹੈਗੇ ਹਾਂ, ਹੁਣ ਅਸੀਂ ਉਸ ਕਰਤੇ ਤੱਕ ਪਹੁੰਚਣਾ ਹੈ। ਤਾਂ ਉਸ ਕਰਤੇ ਤੱਕ ਪਹੁੰਚਣ ਲਈ ਸਾਨੂੰ ਉਸ ਪਰਮਾਤਮਾ ਦਾ ਸਿਮਰਨ ਕਰਨਾ ਪਵੇਗਾ, ਉਸ ਦੀ ਦਿੱਤੀ ਹੋਈ ਜੀਵਨ ਜਾਚ ਵਿੱਚ ਜਿਉਣਾ ਪਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।